ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਪੰਜਾਬਨਾਮਾ 'ਚ ਤੁਹਾਡਾ ਸਵਾਗਤ ਹੈ। ਗੱਲ ਕਰਾਂਗੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੇ ਅੱਜ ਕੱਲ੍ਹ ਬਿਆਨ ਦੇ ਰਹੇ ਇਹਨਾਂ ਦੇ ਕੀ ਮਾਨੇ ਸਿੱਖ ਪੰਥ ਦੇ ਵਿੱਚ, ਖਾਸ ਕਰਕੇ ਜਿਹੜੀ ਸਿੱਖ ਰਾਜਨੀਤੀ ਹੈ ਉਹਦੇ ਇਹ ਕਿੰਨੇ ਕੁ ਪ੍ਰਭਾਵਸ਼ਾਲੀ ਨੇ, ਕਿੰਨੇ ਕੁ ਅਰਥ ਰੱਖਦੇ ਨੇ ਔਰ ਕਿੰਨੇ ਕੁ ਅਸਰਦਾਰ ਨੇ ਇਹ, ਔਰ ਇਹਦਾ ਅਸਰ ਹੋਵੇਗਾ ਜਾਂ ਨਹੀਂ। ਜੇ ਸਿੱਖ ਰਾਜਨੀਤੀ ਦੇ ਵਿੱਚ ਜਾਂ ਸਿੱਖ ਪੰਥ ਦੇ ਵਿੱਚ ਇਹਨਾਂ ਬਿਆਨਾਂ ਦਾ ਕੋਈ ਅਸਰ ਨਹੀਂ ਹੁੰਦਾ ਤਾਂ ਜਦੋਂ ਉਹ RSS ਦੇ ਖਿਲਾਫ ਬਿਆਨ ਦਿੰਦੇ ਨੇ ਜਾਂ ਉਹ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬਿਆਨ ਦਿੰਦੇ ਨੇ ਜਾਂ ਉਹ ਸਰਕਾਰ ਦੇ ਖਿਲਾਫ ਬਿਆਨ ਦਿੰਦੇ ਨੇ ਤਾਂ ਫਿਰ ਉਹ ਕਿਉਂ ਮੰਨਣਗੇ। ਔਰ ਇਹਨਾਂ ਨੂੰ ਫਿਰ ਉਸ ਤਰ੍ਹਾਂ ਦੀ ਜਿਹੜਾ ਇਹਨਾਂ ਦਾ ਜਥੇਦਾਰੀ ਵਾਲਾ ਰੁਤਬਾ ਹੈ ਉਹਦੀ ਕਿੰਨੀ ਕੁ ਗੈਰ ਸਿੱਖਾਂ ਦੇ ਵਿੱਚ ਮਾਨਤਾ ਹੋਵੇਗੀ। ਜੇ ਸਿੱਖਾਂ ਦੇ ਵਿੱਚ ਹੀ ਨਹੀਂ ਤਾਂ ਇਹ ਅੱਜ ਇਹ ਬਹੁਤ ਵੱਡੇ ਸਵਾਲ ਉੱਭਰ ਰਹੇ ਆ, ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਾਫੀ ਜਿਹੜੇ ਇਹਨਾਂ ਦਿਨਾਂ 'ਚ ਜਿਹੜੇ ਬਿਆਨ ਦਿੱਤੇ ਆ ਉਹ ਕਾਫੀ ਅਰਥਪੂਰਨ ਬਿਆਨ ਨੇ। ਵੈਸੇ ਜੇ ਸੋਚਿਆ ਜਾਏ, ਬਿਆਨਾਂ ਨੂੰ ਸਿਰਫ ਲਿਆ ਜਾਏ ਤਾਂ ਉਹ ਏਕਤਾ ਦੀ ਗੱਲ ਕਰ ਰਹੇ, ਸਿੱਖਾਂ ਦੇ ਵਿੱਚ ਏਕਤਾ ਦੀ ਗੱਲ ਕਰ ਰਹੇ ਆ। ਹਾਲਾਂਕਿ ਇਹ ਸਮਝ ਨਹੀਂ ਆ ਰਹੀ ਕਿ ਉਹ ਕਿਸ ਤਰ੍ਹਾਂ ਦੀ ਏਕਤਾ ਚਾਹੁੰਦੇ ਹੈ, ਕਿ ਉਹ ਰਾਜਨੀਤਿਕ ਏਕਤਾ ਚਾਹੁੰਦੇ ਹੈ ਜਾਂ ਸਧਾਰਨ ਲੋਕਾਂ ਨੂੰ ਕਹਿ ਰਹੇ ਹੈ ਕਿ ਤੁਸੀਂ ਇੱਕ ਹੋ ਕੇ ਜਿਹੜੇ ਮਸਲੇ ਅੱਜ ਖੜੇ ਹੋਏ ਆ ਉਹਦੇ ਬਾਰੇ ਸੋਚੋ। ਅੱਗੇ ਜਾ ਕੇ ਉਹ ਸਪਸ਼ਟ ਕਰਦੇ ਹੈ ਜਾਂ ਨਹੀਂ ਕਰਦੇ, ਅਸੀਂ ਇਹਦੇ 'ਤੇ ਅੱਜ ਚਰਚਾ ਕਰਨੀ ਹੈ। ਔਰ ਇਸ ਗੱਲਬਾਤ ਲਈ ਮੇਰੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ, ਤੁਹਾਡਾ ਪਹਿਲਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਜਿਵੇਂ ਕਿ ਮੇਰੀ ਜਿਹੜੀ ਮੈਂ ਇੰਟਰੋ ਦਿੱਤਾ ਆ ਉਹਦੇ ਵਿੱਚ ਜਿਹੜੀ ਮੈਂ ਗੱਲ ਕਹੀ ਹੈ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇੱਕ ਅਪੀਲ ਕੀਤੀ ਹੈ, ਏਕੇ ਦੀ ਅਪੀਲ ਕੀਤੀ ਸਿੱਖਾਂ ਦੇ ਵਿੱਚ। ਕਿਹੜੇ ਸਿੱਖਾਂ ਦੀ ਗੱਲ ਕਰ ਰਹੇ ਨੇ ਉਹ? ਦੇਖੋ, ਜਿਹੜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਹੈਗੀ ਹੈ ਅਥਾਰਟੀ ਜੀ, ਉਹ ਹਮੇਸ਼ਾ ਸਿੱਖ ਕੌਮ ਦੇ ਭਲੇ ਵਾਸਤੇ ਆ। ਸਿੱਖ ਕੌਮ ਨੂੰ ਜਿੰਨੀਆਂ ਵੀ ਦਰਪੇਸ਼ ਮੁਸ਼ਕਲਾਂ ਆਉਂਦੀਆਂ ਨੇ, ਧਾਰਮਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਰਾਜਸੀ ਤੌਰ 'ਤੇ ਜਾਂ ਵਿਸ਼ਵ ਪੱਧਰ ਦੇ ਉੱਤੇ ਜੋ ਵੀ ਵਰਤਾਰਾ ਵਰਤਦਾ ਉਸ ਦੇ ਵਿੱਚ ਸਿੱਖਾਂ ਦੀ ਕੀ ਭੂਮਿਕਾ ਹੋਵੇ, ਇਸ ਲਈ ਇੱਕ ਸੂਝਵਾਨ ਜਥੇਦਾਰ ਲਈ ਚਿੰਤਾ ਦਾ ਪ੍ਰਗਟਾਵਾ ਕਰਨਾ ਇੱਕ ਬੜੀ ਚੰਗੀ ਗੱਲ ਹੈ। ਪਰ ਪਿਛਲੇ ਸਮੇਂ ਤੋਂ ਇੱਕ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਗਿਆ ਹੈ ਜਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਤੋਂ ਇਹ ਮਹਿਸੂਸ ਹੁੰਦਾ ਹੈ ਕਿ ਜਦੋਂ ਵੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਏਕਤਾ ਦੀ ਗੱਲ ਕਰਦੇ ਆ ਤਾਂ ਉਹ ਏਕਤਾ, ਜਿਵੇਂ ਤੁਸੀਂ ਕਿਹਾ ਕਿ ਸਿਆਸੀ ਹਿੱਤਾਂ ਦੀ ਪੂਰਤੀ ਵਾਸਤੇ ਤਾਂ ਨਹੀਂ ਹੈਗੀ। ਤਾਂ ਇੱਕ ਵਾਰ ਫਿਰ ਜਦੋਂ ਜਥੇਦਾਰ ਸਾਹਿਬ ਇਹ ਗੱਲ ਕਰ ਰਹੇ ਨੇ ਤਾਂ ਲੋਕਾਂ ਦੇ ਜ਼ਿਹਨ ਵਿੱਚ ਇਹ ਗੱਲ ਆ ਰਹੀ ਹੈ ਕਿ ਇਲੈਕਸ਼ਨ 2022 ਨੇੜੇ ਆ ਰਹੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਨੇ। ਤੇ ਅਜਿਹੇ ਸੰਦਰਭ ਦੇ ਵਿੱਚ ਜਦੋਂ BJP ਨਾਲੋਂ ਸ਼੍ਰੋਮਣੀ ਅਕਾਲੀ ਦਲ ਦਾ ਨਾਤਾ ਟੁੱਟ ਚੁੱਕਾ ਤਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੇਂਦਰ ਸਰਕਾਰ ਨੂੰ ਜਾਂ ਜਿਹੜੀ RSS ਹੈ ਜਾਂ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹਨੂੰ ਨਿਸ਼ਾਨਾ ਬਣਾ ਕੇ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਹ ਕਿੰਨੀਆਂ ਕੁ ਵਜਨਦਾਰ। ਮੈਂ ਮਹਿਸੂਸ ਕਰਦਾ ਕਿ ਅਸੀਂ ਤਾਂ ਇਹ ਆਸ ਰੱਖਦੇ ਹਾਂ ਕਿ ਜੋ ਜਥੇਦਾਰ ਸਾਹਿਬ ਕਹਿ ਰਹੇ ਨੇ ਇਹ ਇੱਕ ਵਾਕਿਆ ਹੀ ਜਥੇਦਾਰ ਦੇ ਫਰਜ਼ ਨੇ ਜਿਹੜੇ ਉਹਨਾਂ ਨੂੰ ਨਿਭਾਉਣੇ ਚਾਹੀਦੇ ਨੇ। ਉਹਨਾਂ ਨੂੰ ਡਟ ਕੇ ਸਿੱਖੀ ਸਿਧਾਂਤਾਂ ਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਇਸ ਗੱਲ ਦੀ ਜਿਹੜੀ ਤਰਜਮਾਨੀ ਕਰਨੀ ਚਾਹੀਦੀ ਹੈ ਕਿ ਸਿੱਖ ਕੌਮ ਦੇ ਵਿੱਚ ਏਕਤਾ ਹੋਵੇ, ਪਰ ਉਹ ਅਧੂਰੀ ਏਕਤਾ ਨਹੀਂ ਹੋਣੀ ਚਾਹੀਦੀ। ਉਹ ਕਿਸੇ ਰਾਜ ਸੱਤਾ ਵਾਸਤੇ ਸਿੱਖ ਕੌਮ ਦੇ ਵਿੱਚ ਏਕਤਾ ਤਾਂ ਹੋਣੀ ਚਾਹੀਦੀ ਹੈ, ਹਾਂਜੀ, ਪਰ ਕਿਹਦੇ ਨਾਲ ਏਕਤਾ ਕਰਨੀ ਚਾਹੁੰਦੇ ਅਸੀਂ? ਮੈਂ ਇਹੋ ਹੀ ਗੱਲ ਕਹਿ ਰਿਹਾ। ਮੈਨੂੰ ਇਹ ਦੱਸੋ ਨਾ ਵੀ ਕੌਣ ਆ ਉਹ ਜਿਹਨੂੰ ਉਹ ਚਾਹੁੰਦੇ ਆ ਵੀ ਇਹਨਾਂ ਦੇ ਨਾਲ ਤੁਸੀਂ ਏਕਾ ਕਰੋ? ਕਿਹਦੇ ਨਾਲ ਏਕਾ ਕਰੋ? ਦੇਖੋ, ਜਿਹੜਾ ਕੋਈ ਸਿਆਸੀ ਪਾਰਟੀ ਹੈ, ਕੋਈ ਸਿਆਸੀ ਪਾਰਟੀ ਦੇ ਆਗੂ ਨੇ ਉਹਨਾਂ ਨਾਲ ਏਕਤਾ ਕਰਨੀ ਚਾਹੁੰਦੇ ਆ, ਜਾਂ ਉਹ ਕਹਿੰਦੇ ਆ ਵੀ ਵੈਸੇ ਹੀ ਇੱਕ ਮਤ ਹੋ ਜਾਓ? ਇੱਕ ਮਤ ਕਿਵੇਂ ਹੋਇਆ ਜਾ ਸਕਦਾ? ਮਦਨਦੀਪ ਜੀ, ਦੋ ਗੱਲਾਂ ਨੇ। ਇੱਕ ਤਾਂ ਜਥੇਦਾਰ ਸਾਹਿਬ ਦੇ ਬਿਆਨ ਦੀ ਇਹ ਗੱਲ ਆ ਕਿ ਜਿੰਨੀਆਂ ਸਾਡੀਆਂ ਵੱਡੀਆਂ ਸੰਸਥਾਵਾਂ ਨੇ ਜਿਨ੍ਹਾਂ ਦੀ ਕ੍ਰੈਡੀਬਿਲਿਟੀ ਜਿਹੜੀ ਹੈ ਪਿਛਲੇ ਸਮੇਂ ਦੇ ਵਿੱਚ ਬਹੁਤ ਡੈਮੇਜ ਹੋਈ ਹੈ, ਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹਨਾਂ ਸੰਸਥਾਵਾਂ ਦੇ ਉੱਤੇ ਜਣਾ ਖਣਾ ਉਂਗਲ ਉਠਾ ਰਿਹਾ। ਪਰ ਅਸੀਂ ਜੋ ਮਹਿਸੂਸ ਕਰਦੇ ਹਾਂ ਕਿ ਇਹ ਮੌਕਾ ਕਿਹਨੇ ਦਿੱਤਾ? ਇਹ ਜਿਹੜਾ ਮੌਕਾ ਹੈ ਇਹ ਉਹਨਾਂ ਲੋਕਾਂ ਨੇ ਦਿੱਤਾ ਜਿਹੜੇ ਇਹਨਾਂ ਵੱਡੀਆਂ ਸੰਸਥਾਵਾਂ ਦੇ ਉੱਤੇ ਬੈਠ ਕੇ ਤੇ ਉਹ ਆਪਣੇ ਬੌਣੇ ਢੰਗ ਤਰੀਕੇ ਵਰਤਦੇ ਰਹੇ ਨੇ, ਜਿਸ ਕਰਕੇ ਜਿਹੜੀਆਂ ਵੱਡੀਆਂ ਸੰਸਥਾਵਾਂ ਜਿਹੜੀਆਂ ਉਹਨਾਂ ਦਾ ਆਕਾਰ ਜਿਹੜਾ ਉਹ ਬੜਾ ਧੁੰਦਲਾ ਨਜ਼ਰ ਆਉਣ ਲੱਗ ਪਿਆ। ਸੋ ਅਜਿਹੇ ਹਾਲਾਤਾਂ ਦੇ ਵਿੱਚ ਜਥੇਦਾਰ ਸਾਹਿਬ ਨੂੰ ਇੱਕ ਗੱਲ ਸਪਸ਼ਟ ਕਰਨੀ ਚਾਹੀਦੀ ਹੈ ਕਿ ਇਸ ਦਾ ਜਿਹੜਾ ਏਕਤਾ ਦੀ ਉਹ ਗੱਲ ਕਰਦੇ ਨੇ ਇਹ ਏਕਤਾ ਸਮੁੱਚੇ ਰੂਪ ਵਿੱਚ ਹੋਣੀ ਚਾਹੀਦੀ ਹੈ। ਸਮੁੱਚੇ ਰੂਪ ਦਾ ਭਾਵ
ਕਿ ਜਿਵੇਂ ਤੁਸੀਂ ਕਿਹਾ ਹੈ ਕਿ ਜਨ ਸਧਾਰਨ ਸਿੱਖ ਜਿਹੜਾ ਜਿਹੜੇ ਆਮ ਸਿੱਖ ਸੰਗਤਾਂ ਨੇ ਉਹਨਾਂ ਦੀਆਂ ਮਨੋਭਾਵਨਾ ਕੀ ਹੈ। ਉਹਨਾਂ ਦੀਆਂ ਮਨੋਭਾਵਨਾ ਇਹ ਨੇ ਕਿ ਵਿਸ਼ਵ ਦੇ ਅੰਦਰ ਜਿੰਨੀਆਂ ਵੀ ਕੌਮਾਂ ਨੇ ਉਹਨਾਂ ਦੇ ਵਿੱਚ ਜਿਹੜੀ ਸਿੱਖ ਕੌਮ ਦੀ ਇੱਕ ਅੱਡਰੀ ਹੈਸੀਅਤ ਹੈ, ਇਹ ਜਿਹੜਾ ਵੱਖਰਾ ਫਲਸਫਾ ਹੈ, ਜਿਹੜੀ ਇੱਕ ਅਲੱਗ ਪਹਿਚਾਣ ਹੈ, ਉਸ ਨੂੰ ਖੋਰਾ ਨਹੀਂ ਲੱਗਣਾ ਚਾਹੀਦਾ। ਉਸ ਲਈ ਇੱਕ ਬੜੀ ਦ੍ਰਿੜਤਾ ਵਾਲੀ ਇੱਕ ਇਸ ਤਰ੍ਹਾਂ ਦੀ ਲੀਡਰਸ਼ਿਪ ਦੀ ਲੋੜ ਹੈ ਜਿਹੜੀ ਕਿ ਮੌਕੇ ਦੀ ਹਕੂਮਤ ਨੂੰ ਇਹ ਦਰਸਾ ਸਕੇ ਕਿ ਸਾਡੀ ਜਿਹੜੀ ਪੰਜਾਬ ਦੀ ਸਰਜ਼ਮੀਨ ਹੈ ਇਸ ਦੇ ਉੱਪਰ ਸਾਡੇ ਪੁਰਖਿਆਂ ਨੇ ਰਾਜ ਕੀਤਾ ਔਰ ਲਾਹੌਰ ਦਰਬਾਰ ਤੋਂ ਸ਼ੁਰੂ ਹੋਈ ਸੀ ਉਹ ਗੱਲ। ਔਰ ਉਸ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਥੇ ਜਿਹੜਾ ਨਾਨਕਸ਼ਾਹੀ ਸਿੱਕਾ ਚਲਾਇਆ। ਤੇ ਅੱਜ ਦੇ ਮੌਜੂਦਾ ਸਮੇਂ ਦੇ ਵਿੱਚ ਅਸੀਂ ਫੈਡਰਲ ਸਟਰਕਚਰ ਦੀ ਗੱਲ ਕਰ ਰਹੇ ਹਾਂ ਜਾਂ ਵੱਧ ਅਧਿਕਾਰਾਂ ਦੀ ਗੱਲ ਕਰ ਰਹੇ ਹਾਂ ਤੇ ਉਹਨਾਂ ਨੂੰ ਵੀ ਖੋਇਆ ਜਾ ਰਿਹਾ। ਤਾਂ ਅੱਜ ਜਿਹੜਾ ਕੇਂਦਰਿਤ ਹੈਗਾ ਸਿੰਘ ਸਾਹਿਬ ਜੀ ਦਾ ਜਿਹੜਾ ਮੁੱਢਲਾ ਫਰਜ਼ ਹੈ ਕਿ ਜਿਹੜਾ ਇੱਕ ਕਿਸਾਨ ਸੰਘਰਸ਼ ਲੜਿਆ ਜਾ ਰਿਹਾ ਉਸ ਦੇ ਵਿੱਚ ਹੀ ਸਾਡਾ ਸਾਰਾ ਕੁਝ ਆਪਣੇ ਆਪ ਹੀ ਨਜ਼ਰ ਆ ਜਾਵੇਗਾ ਜੇ ਅਸੀਂ ਉਹਨੂੰ ਜਿੱਤ ਲੈਂਦੇ ਹਾਂ। ਨਹੀਂ ਉਹਦੇ ਵਿੱਚ ਜੇ ਤੁਸੀਂ ਕਿਸਾਨ ਸੰਘਰਸ਼ ਦੀ ਗੱਲ ਕਰ ਰਹੇ ਹੋ ਉਹਦੇ 'ਚ ਇੱਕ ਬੜਾ ਵੱਡਾ ਸਵਾਲ ਉੱਠਦਾ ਹੈ। ਹਾਂਜੀ, ਇੱਕ ਪਾਸੇ ਸਿੰਘ ਸਾਹਿਬ ਇਹ ਕਹਿੰਦੇ ਆ ਵੀ ਸਿੱਖਾਂ ਦੇ ਵਿੱਚ ਏਕਤਾ ਹੋਵੇ। ਹਾਂਜੀ, ਏਕਤਾ ਕਿਹਦੇ ਨਾਲ ਹੋਵੇ ਉਹ ਇਹ ਨਹੀਂ ਦੱਸ ਰਹੇ। ਹਾਂਜੀ, ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਹਦੀ ਬਾਦਲ ਪਰਿਵਾਰ ਅਗਵਾਈ ਕਰ ਰਿਹਾ ਆ, ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਤੋਂ ਵੱਖਰਾ ਇੱਕ ਜਿਹੜਾ ਹੈਗਾ ਉਹ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ। ਹਾਂਜੀ, ਪੰਜਾਬ ਜਵਾਬ ਮੰਗਦਾ ਹੈ। ਹਾਂਜੀ, ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਉਹਨਾਂ ਦੀ ਇਹ ਡਿਊਟੀ ਕਿਹਨੇ ਲਾਈ ਹੈ ਕਿ ਤੁਸੀਂ ਪੰਜਾਬ ਦੀ ਥਾਂ ਤੇ ਸਰਕਾਰ ਤੋਂ ਜਵਾਬ ਮੰਗੋ। ਇਹ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਕਿਉਂ ਨਹੀਂ ਕਿਹਾ ਕਿ ਤੁਸੀਂ ਕਿਸਾਨਾਂ ਦੇ ਹਮਾਇਤ ਦੇ ਵਿੱਚ ਡਟ ਕੇ ਖੜੋ, ਤੁਹਾਨੂੰ ਵੱਖਰਾ ਕੋਈ ਉਹਨਾਂ ਤੋਂ ਅੰਦੋਲਨ ਚਲਾਉਣ ਦੀ ਪੰਜਾਬ 'ਚ ਲੋੜ ਨਹੀਂ ਹੈਗੀ। ਇਹੋ ਹੀ ਤਾਂ ਗੱਲ ਕਰ ਰਹੇ ਹਾਂ ਕਿ ਜਿਨ੍ਹਾਂ ਦੀ ਜਿਹੜੀ ਹੈਗੀ ਹੈ ਇੱਕ ਜ਼ਿੰਮੇਵਾਰੀ ਸੀ, ਜਦੋਂ ਉਹ ਭੱਜ ਗਏ ਉਸ ਜ਼ਿੰਮੇਵਾਰੀ ਤੋਂ, ਤਾਂ ਅੱਜ ਕਿਸਾਨਾਂ ਨੂੰ ਆਪਣਾ ਸੰਘਰਸ਼ ਆਪ ਲੜਨਾ ਪੈ ਰਿਹਾ। ਆਮ ਕਿਸਾਨ ਪਰਿਵਾਰ ਜਿਨ੍ਹਾਂ ਕੋਲ 2-2 2.5 ਏਕੜ ਜ਼ਮੀਨ ਹੈ, ਪਿਛਲੇ ਤਕਰੀਬਨ 5 ਮਹੀਨਿਆਂ ਤੋਂ ਉਹ ਲਗਾਤਾਰ ਸੰਘਰਸ਼ ਕਰ ਰਹੇ ਨੇ ਤੇ ਅੱਜ ਤਕਰੀਬਨ 4 ਮਹੀਨੇ ਤੋਂ ਵੱਧ ਸਮਾਂ ਜਿਹੜਾ ਉੱਥੇ ਹੋ ਗਿਆ ਆਪਣੇ ਦਿੱਲੀ ਦੇ ਬਾਰਡਰ ਦੇ ਉੱਤੇ ਬੈਠੇ ਹਾਂ। ਤੇ ਅਜਿਹੇ ਹਾਲਾਤਾਂ ਦੇ ਵਿੱਚ ਜਥੇਦਾਰ ਸਾਹਿਬ ਨੂੰ ਤਾਂ ਡਿਕਟੇਟ ਕਰਨਾ ਚਾਹੀਦਾ ਉਹਨਾਂ ਸਾਰੀਆਂ ਪੰਥਕ ਸੰਸਥਾਵਾਂ ਨੂੰ, ਰਾਜਨੀਤਿਕ ਸੰਸਥਾਵਾਂ ਨੂੰ ਜਿਨ੍ਹਾਂ ਦੀ ਅਗਵਾਈ ਸਿੱਖ ਲੀਡਰਸ਼ਿਪ ਕਰਦੀ ਹੈ ਕਿ ਭਾਈ ਤੁਸੀਂ ਇਸ ਦੇ ਵਿੱਚ ਕਿਉਂ ਪਛੜ ਗਏ। ਕਿਉਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਸੀ ਤੇ ਉਸ ਵਕਤ ਮਿਨਿਸਟਰੀ ਦੇ ਵਿੱਚ ਅਕਾਲੀ ਦਲ ਦਾ ਨੁਮਾਇੰਦਾ ਬੈਠਾ ਸੀ ਔਰ ਬਕਾਇਦਾ ਅਕਾਲੀ ਦਲ ਦਾ ਤੇ ਬੀਜੇਪੀ ਦਾ ਇੱਕ 9 ਮਾਸ ਦਾ ਰਿਸ਼ਤੇ ਦੀਆਂ ਗੱਲਾਂ ਹੁੰਦੀਆਂ ਸੀ ਤੇ ਉਸ ਦੇ ਬਾਵਜੂਦ 3 ਕਾਲੇ ਕਾਨੂੰਨ ਬਣਾ ਦਿੱਤੇ ਗਏ ਔਰ ਉਹ ਕਾਲੇ ਕਾਨੂੰਨਾਂ ਦੇ ਕਰਕੇ ਅੱਜ ਕਿਸਾਨਾਂ ਨੂੰ ਐਡਾ ਵੱਡਾ ਸੰਘਰਸ਼ ਲੜਨਾ ਪੈ ਰਿਹਾ ਆਪਣੇ ਘਰ-ਬਾਰ ਛੱਡ ਕੇ। ਪਹਿਲਾਂ ਠੰਡੀਆਂ ਰਾਤਾਂ ਦੇ ਵਿੱਚ ਤੇ ਹੁਣ ਗਰਮ ਰਾਤਾਂ ਦੇ ਵਿੱਚ ਉੱਥੇ ਰਹਿਣਾ ਪੈ ਰਿਹਾ ਦਿੱਲੀ ਦੇ ਬਾਰਡਰਾਂ ਦੇ ਉੱਪਰ। ਤਾਂ ਅਜਿਹੇ ਹਾਲਾਤਾਂ ਦੇ ਵਿੱਚ ਸਿੰਘ ਸਾਹਿਬ ਜੀ ਨੂੰ ਤਾਂ ਨਸੀਹਤ ਦੇਣੀ ਚਾਹੀਦੀ ਹੈ ਇਹਨਾਂ ਸਾਰੇ ਲੋਕਾਂ ਨੂੰ ਕਿ ਭਾਈ ਤੁਹਾਡੀਆਂ ਜਿਹੜੀਆਂ ਨਲਾਇਕੀਆਂ ਨੇ ਉਹ ਨਲਾਇਕੀਆਂ ਜਿਹੜੀਆਂ ਨੇ ਉਹਨਾਂ ਦਾ ਤੁਹਾਨੂੰ ਅਹਿਸਾਸ ਹੋਣਾ ਚਾਹੀਦਾ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਕਿਉਂ ਭੱਜ ਗਏ, ਤੁਸੀਂ ਕਿਉਂ ਨਹੀਂ ਆਪਣੀ ਜ਼ਿੰਮੇਵਾਰੀ ਨਿਭਾਈ। ਜਿੱਥੋਂ ਤੱਕ ਤੁਸੀਂ ਪੰਜਾਬ ਮੰਗਦਾ ਜਵਾਬ ਮੰਗਦਾ, ਇਹ ਜਿਹੜੀਆਂ ਰੈਲੀਆਂ ਨੇ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਗੱਲਾਂ ਅਕਾਲੀ ਦਲ ਨੇ ਆਪਣੇ ਆਪ ਨੂੰ ਸਰਵਾਈਵ ਕਰਨ ਵਾਸਤੇ ਕੀਤੀਆਂ ਨੇ। ਇਹ ਪੋਲੀਟੀਕਲ ਪਾਰਟੀਆਂ ਆਪਣਾ ਇੱਕ ਏਜੰਡਾ ਲੈ ਕੇ ਚੱਲਦੀਆਂ ਨੇ। ਕਿਸਾਨ ਮੋਰਚਾ ਇਹਨਾਂ ਨੂੰ ਖਾ ਜਾਊਗਾ। ਦੇਖੋ ਇਸ ਦੇ ਵਿੱਚ ਕੋਈ ਦੋ ਰਾਇਆਂ ਨਹੀਂ ਕਿ ਜਦੋਂ ਆਮ ਆਦਮੀ ਜਦੋਂ ਜਾਗ ਪੈਂਦਾ ਤਾਂ ਫਿਰ ਬਹੁਤ ਵੱਡੀ ਇੱਕ ਇਨਕਲਾਬੀ ਤਬਦੀਲੀ ਆਉਂਦੀ ਹੈ। ਸੋ ਪੰਜਾਬ ਦੀ ਫਿਜ਼ਾ ਦੇ ਵਿੱਚ ਅੱਜ ਇੱਕੋ ਇੱਕ ਗੱਲ ਗੂੰਜ ਰਹੀ ਹੈ ਕਿਉਂਕਿ ਜਿਹੜੇ ਇੱਥੇ ਪੜ੍ਹੇ ਲਿਖੇ ਨੌਜਵਾਨ ਨੇ, ਕੁੜੀਆਂ ਮੁੰਡੇ, ਉਹ ਇਹ ਮਹਿਸੂਸ ਕਰਦੇ ਨੇ ਕਿ ਸਾਨੂੰ ਸਾਡਾ ਪੰਜਾਬ ਛੱਡਣ ਲਈ ਕਿਹੜੇ ਲੋਕਾਂ ਨੇ ਮਜਬੂਰ ਕੀਤਾ। ਸਾਨੂੰ ਸਾਡੇ ਪੰਜਾਬ ਜਿਹੜੇ ਇਹ ਜਥੇਦਾਰ ਦੇ ਜਿਹੜੇ ਬਿਆਨ ਆ ਰਹੇ ਆ ਇਹਨਾਂ ਦੀ ਪੰਥਕ ਰਾਜਨੀਤੀ ਦੇ ਵਿੱਚ ਇਹਦੇ ਕੀ ਮਾਨੇ ਹੈਗੇ ਆ? ਪੰਥਕ ਰਾਜਨੀਤੀ ਦੇਖੋ, ਪੰਥਕ ਰਾਜਨੀਤੀ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਜਥੇਦਾਰ ਸਾਹਿਬ ਇਸ ਤੋਂ ਪਹਿਲਾਂ ਵੀ ਪ੍ਰੋਫੈਸਰ ਮਨਜੀਤ ਸਿੰਘ ਜੀ ਦਾ ਕਾਰਜਕਾਲ ਤੁਸੀਂ ਯਾਦ ਕਰੋਗੇ ਤੇ ਇਹੋ ਹੀ ਦਿਨ ਸਨ ਜਦੋਂ 1999 ਤੇ ਫਿਰ ਉਸ ਤੋਂ ਬਾਅਦ ਪਹਿਲਾਂ 1997-96 ਦੇ ਵਿੱਚ ਜਦੋਂ ਏਕਤਾ ਦੀ ਗੱਲ ਚੱਲੀ ਸੀ ਔਰ ਜਦੋਂ 95 ਦੇ ਵਿੱਚ ਏਕਤਾ ਕਰਾਈ ਸੀ ਜਿਹਦੇ ਵਿੱਚੋਂ ਮੈਨੂੰ ਵੀ 5 ਸਿੰਘ ਸਾਹਿਬਾਨ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਏਕਤਾ ਕਰਕੇ ਬਣਾਇਆ ਸੀ। ਉਦੋਂ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੌਦ ਵਿੱਚ ਆਇਆ ਸੀ। ਆ ਜਿਹੜੇ ਅੱਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਔਰ ਸਰਦਾਰ ਸਿਮਰਨਜੀਤ ਸਿੰਘ ਮਾਨ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਜਥੇਦਾਰ ਗੁਰਚਰਨ ਸਿੰਘ ਟੌੜਾ ਤੇ ਇਹ ਸਰਦਾਰ ਸਰਜੀਤ ਸਿੰਘ ਬਰਨਾਲਾ,
ਇਹ ਸਾਰਿਆਂ ਦੀ ਉਹਨਾਂ ਨੇ ਏਕਤਾ ਕਰਾਈ ਸੀ। ਤਾਂ ਉਸ ਵਕਤ ਅਕਾਲੀ ਦਲ ਬਾਦਲ ਨੇ ਏਕਤਾ ਤੋਂ ਆਪਣੇ ਆਪ ਨੂੰ ਪਾਸੇ ਕੀਤਾ ਸੀ। ਤਾਂ ਉਹ ਵੱਖਰੀ ਗੱਲ ਹੈ ਕਿ ਬਾਅਦ ਦੇ ਵਿੱਚ ਭਾਵੇਂ ਅਕਾਲੀ ਦਲ ਦੀ ਸਰਕਾਰ ਵੀ ਬਣ ਗਈ, ਅੱਜ ਵੀ ਸਭ ਤੋਂ ਵੱਡਾ ਸਵਾਲ ਇਹ ਆ ਕਿ ਇਹ ਅਧੂਰੀ ਏਕਤਾ ਹੋਵੇਗੀ ਜਾਂ ਸੰਪੂਰਨ ਏਕਤਾ ਹੋਵੇਗੀ, ਔਰ ਕਿਹੜੇ ਏਕਤਾ ਦੀ ਗੱਲ ਜਥੇਦਾਰ ਸਾਹਿਬ? ਅਧੂਰੀ ਕਿਹਦੇ ਨਾਲ ਪੂਰੀ ਹੁੰਦੀ ਹੈ? ਪੂਰੀ ਤਾਂ ਹੁੰਦੀ ਹੈ ਕਿ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਤੋਂ ਟੁੱਟ ਕੇ ਅਲੱਗ-ਅਲੱਗ ਗਰੁੱਪ ਬਣੇ ਨੇ, ਉਹਨਾਂ ਦਾ ਜਿਹੜਾ ਗ੍ਰਾਸ ਰੂਟ ਦੇ ਉੱਤੇ ਇੱਕ ਜਿਹੜਾ ਪ੍ਰਭਾਵ ਹੈ ਉਹ ਇਹ ਕਹਿੰਦਾ ਹੈ ਕਿ ਇੱਕ ਪਰਿਵਾਰ ਦਾ ਕਬਜ਼ਾ ਨਹੀਂ ਹੋਣਾ ਚਾਹੀਦਾ। ਇਹ ਇੱਕ ਜਿਹੜੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ 14 ਦਸੰਬਰ 1920 ਨੂੰ ਹੋਂਦ ਵਿੱਚ ਲਿਆਂਦੀ ਗਈ ਸੀ, ਜਿੰਦਾ 100 ਸਾਲਾ 14 ਦਸੰਬਰ 2020 ਨੂੰ ਮਨਾਇਆ ਗਿਆ। ਇਹ ਉਹ ਜਥੇਬੰਦੀ ਜਿਹੜੀ ਹੈ ਉਹਨੂੰ ਕੁਝ ਲੋਕਾਂ ਨੇ ਕੈਪਚਰ ਕਰ ਲਿਆ, ਉਹ ਆਜ਼ਾਦ ਹੋਣੀ ਚਾਹੀਦੀ ਹੈ। ਜੇ ਤਾਂ ਜਥੇਦਾਰ ਸਾਹਿਬ ਇਸ ਗੱਲ ਦੀ ਹਾਮੀ ਭਰ ਕੇ ਗੱਲ ਕਰਦੇ ਨੇ ਕਿ ਵਾਕਿਆ ਹੀ ਜੋ ਵਰਕਰ ਗੱਲ ਕਹਿ ਰਹੇ ਨੇ, ਜੋ ਆਮ ਆਵਾਮ ਗੱਲ ਕਰ ਰਿਹਾ ਹੈ, ਤਾਂ ਫਿਰ ਮੈਂ ਕਹਿੰਦਾ ਕਿ ਏਕਤਾ ਦੇ ਬੜੇ ਵੱਡੇ ਜਿਹੜੇ ਚੰਗੇ ਰਿਜ਼ਲਟ ਸਾਹਮਣੇ ਆ ਸਕਦੇ ਆ। ਜੇ ਉਹ ਇਹ ਗੱਲ ਕਹਿਣਾ ਚਾਹੁੰਦੇ ਨੇ ਕਿਸੇ ਵੀ ਤਰੀਕੇ ਦੇ ਨਾਲ ਕਿ ਵੇਖੇ ਭਾਈ ਬਾਦਲ ਅਕਾਲੀ ਦਲ ਦੇ ਵਿੱਚੋਂ ਜਿਹੜੇ ਟੁੱਟ ਗਏ ਨੇ ਉਹ ਮੁੜ ਇਕੱਠੇ ਹੋ ਜਾਣ, ਤਾਂ ਮੈਂ ਮਹਿਸੂਸ ਕਰਦਾ ਕਿ ਉਸ ਏਕਤਾ ਦਾ ਉਨੀ ਦੇਰ ਤੱਕ ਕੋਈ ਫਾਇਦਾ ਨਹੀਂ ਹੋਵੇਗਾ, ਕਿਉਂਕਿ ਜਿਹੜੇ ਮੁੱਖ ਕਾਰਨ ਸਨ 2017 ਜਦੋਂ ਸਰਦਾਰ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਹੋਰ ਸਾਰੇ ਅਕਾਲੀ ਆਗੂ ਇਹਦੇ ਵਿੱਚੋਂ ਬਾਹਰ ਆਏ ਸੀ, ਉਸ ਵਕਤ ਬੇਅਦਬੀਆਂ ਦੀ ਗੱਲ ਹੋਈ ਸੀ, ਉਸ ਵਕਤ ਭ੍ਰਿਸ਼ਟਾਚਾਰ ਦੀ ਗੱਲ ਹੋਈ ਸੀ, ਉਸ ਵੇਲੇ ਇਹ ਗੱਲ ਦਾ ਸਮੀਖਿਆ ਕੀਤੀ ਗਈ ਸੀ ਕਿ ਅਕਾਲੀ ਦਲ 2017 ਦੀਆਂ ਇਲੈਕਸ਼ਨਾਂ ਕਿਉਂ ਹਾਰ ਗਿਆ, ਕਿਉਂ ਪੰਜਾਬ ਵਿਧਾਨ ਸਭਾ ਦੇ ਵਿੱਚ 13-14 ਉਮੀਦਵਾਰ ਰਹਿ ਗਏ ਔਰ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਜੋਗੀ ਵੀ ਜਿਹੜੀ ਲੋਕਾਂ ਦਾ ਜਿਹੜਾ ਸਾਥ ਨਹੀਂ ਮਿਲਿਆ। ਤਾਂ ਉਹ ਗੱਲ ਜਿਹੜੀ ਹੈ ਉਹ ਜਥੇਦਾਰ ਸਾਹਿਬ ਦੇ ਸਾਹਮਣੇ ਆ ਸਾਰੀਆਂ ਚੁਣੌਤੀਆਂ। ਜੇ ਜਥੇਦਾਰ ਸਾਹਿਬ ਅੱਜ ਇੱਕ ਚੰਗੇ ਮਾਹੌਲ ਦੀ ਗੱਲ ਕਰਦੇ ਨੇ ਤਾਂ ਜਿੰਨੀਆਂ ਵੀ ਸੰਸਥਾਵਾਂ ਨੇ ਉਹਨਾਂ ਦਾ ਸਾਰਿਆਂ ਦਾ ਰਿਵਿਊ ਕਰਨਾ ਪਵੇਗਾ, ਜਿੰਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੀ ਹੈ ਔਰ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਹੈ, ਜਿਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੈ ਔਰ ਜਥੇਦਾਰ ਸਾਹਿਬਾਨਾਂ ਦੀ ਆਪਣੀ ਭੂਮਿਕਾ ਵੀ ਹੈ, ਕਿਉਂਕਿ ਉਹਨਾਂ ਦੇ ਉੱਤੇ ਵੀ ਬੜਾ ਵੱਡਾ ਸਵਾਲ ਲੱਗਾ ਹੈ। ਇਸੇ ਕਰਕੇ ਸਰਬੱਤ ਖਾਲਸਾ ਹੋਇਆ ਸੀ, ਜਿਸ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਰਬੱਤ ਖਾਲਸਾ ਨੇ ਜਥੇਦਾਰ ਨਿਯੁਕਤ ਕੀਤਾ ਸੀ ਔਰ ਜਥੇਦਾਰ ਹਵਾਰਾ ਸਮੇਤ ਅਨੇਕਾਂ ਨੌਜਵਾਨ ਜੇਲ੍ਹਾਂ ਦੇ ਵਿੱਚ 25-25 ਸਾਲ ਤੋਂ 30-30 ਸਾਲ ਤੋਂ ਨਜ਼ਰਬੰਦ ਨੇ ਔਰ ਉਸ ਤੋਂ ਬਾਅਦ ਹੋਰ ਕਿਸਾਨ ਅੰਦੋਲਨ ਦੇ ਵਿੱਚ ਕਈ ਨੌਜਵਾਨਾਂ ਦੇ ਉੱਤੇ ਝੂਠੇ ਪਰਚੇ ਦਰਜ ਕਰ ਦਿੱਤੇ ਗਏ। ਇੱਕ ਦੱਸੋ ਮੈਨੂੰ ਜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਗੱਲ ਸਿੱਖ ਪੰਥ ਨਹੀਂ ਮੰਨਦਾ ਤਾਂ ਫਿਰ ਉਹਨਾਂ ਦੀ ਗੱਲ ਦੀ ਜਿਹੜੇ RSS ਦੇ ਬਾਰੇ ਜਾਂ BJP ਦੇ ਬਾਰੇ ਜਾਂ ਕੇਂਦਰ ਦੇ ਬਾਰੇ ਜਿਹੜੇ ਉਹਨਾਂ ਦੇ ਬਿਆਨ ਆ ਰਹੇ, ਜਿਹੜੀ ਆਲੋਚਨਾ ਆ ਰਹੀ ਹੈ, ਫਿਰ ਉਹਦੇ ਕੀ ਅਰਥ ਰਹਿ ਜਾਂਦੇ? ਨਹੀਂ, ਦੇਖੋ ਜਥੇਦਾਰ ਸਾਹਿਬ ਸੁਹਿਰਦ ਹੋਣਗੇ ਤਾਂ ਇਹ ਸਾਰੀਆਂ ਗੱਲਾਂ ਦੇ ਉੱਤੇ ਅਮਲ ਕਰਨਾ ਬੜਾ ਜ਼ਰੂਰੀ ਹੈ ਤੇ ਅਮਲ ਕੀਤਾ ਜਾਵੇਗਾ। ਮੈਂ ਤੁਹਾਨੂੰ ਉਦਾਹਰਨ ਦੇਣਾ ਕਿ ਆ ਕੁਝ ਦਿਨ ਪਹਿਲਾਂ RSS ਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਮਤਾ ਲਿਆਂਦਾ ਔਰ ਉਸ ਮਤੇ ਦੇ ਹੱਕ ਦੇ ਵਿੱਚ ਅਸਾਂ ਖੁਦ ਡਟ ਕੇ ਸਮਰਥਨ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿ ਉਹਨਾਂ ਨੇ ਵਾਕਿਆ ਹੀ ਆਪਣੀ ਜਿਹੜੀ ਸਿੱਖ ਸੰਸਥਾ ਵਾਲੀ ਸਿੱਖ ਪਾਰਲੀਮੈਂਟ ਦੀ ਜਦੋਂ ਅਕਾਲੀ ਦਲ ਤੋੜ ਵਿਛੋੜਾ ਕਰ ਗਿਆ, ਬਿਲਕੁਲ ਉਹਨਾਂ ਉਸ ਮੌਕੇ ਕਿਉਂ ਨਹੀਂ ਲੈ ਕੇ ਆਇਆ? ਮੈਂ ਇਹੋ ਹੀ ਤਾਂ ਸਵਾਲ ਕਰਦਾ ਕਿ ਹੁਣ ਹਾਲਾਤ ਬਦਲ ਗਏ ਆ, ਪਹਿਲਾਂ ਹਾਲਾਤ ਠੀਕ ਸੀ। ਮੈਂ ਉਹੀ ਗੱਲ ਕਰਨੀ ਚਾਹਣਾ ਕਿ ਅਸੀਂ ਉਹਦਾ ਸਮਰਥਨ ਕੀਤਾ ਔਰ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਸਿੱਖ ਪਾਰਲੀਮੈਂਟ ਵਾਲੀ ਭੂਮਿਕਾ ਨਿਭਾਈ ਹੈ, ਲੇਕਿਨ ਆ ਜਿਹੜੀ ਹੋਲੇ ਮਹੱਲੇ ਦਾ ਦਿਹਾੜਾ ਲੰਘ ਕੇ ਗਿਆ ਹੈ, ਉਸ ਮੌਕੇ ਦੇ ਉੱਤੇ ਕਿਉਂਕਿ ਸਿੱਖ ਕੌਮ ਦੀ ਅੱਡਰੀ ਹੈਸੀਅਤ, ਅਲੱਗ ਪਹਿਚਾਣ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਸਾਨੂੰ ਹੋਲੇ ਮਹੱਲੇ ਦਾ ਕਨਸੈਪਟ ਦਿੱਤਾ ਉਹ ਬਿਲਕੁਲ ਹੋਲੀ ਨਾਲੋਂ ਅਲੱਗ ਇੱਕ ਵੱਖਰੀ ਪਹਿਚਾਣ ਦਾ ਨਾਮ ਦੇ ਕੇ ਕਿ ਜਿਹੜੀ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਕੱਢਿਆ ਜਾਏਗਾ। ਸੋ ਉਸ ਮਸਲੇ ਦੇ ਉੱਤੇ ਅਸੀਂ ਹੁਣ ਜਵਾਬ ਮੰਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਔਰ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਤੁਸੀਂ ਸਪਸ਼ਟੀਕਰਨ ਮੰਗੋ। ਕਿਉਂ ਅਸੀਂ ਇਹ ਗੱਲ ਕਹੀ ਹੈ ਕਿ ਜਥੇਦਾਰ ਸਾਹਿਬ ਤੁਸੀਂ ਅੱਜ RSS ਦੇ ਵਿਰੋਧ ਦੇ ਵਿੱਚ ਗੱਲ ਕਰ ਰਹੇ ਹੋ, ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ RSS ਦੇ ਵਿਰੋਧ ਵਿੱਚ ਗੱਲ ਕਰ ਰਹੀ ਹੈ। ਇਹਦੇ ਤੁਸੀਂ ਜੇ ਰਾਜਨੀਤਿਕ ਅਰਥ ਕੱਢੋਗੇ ਕਿ ਇਹ ਵਿਰੋਧ ਕਿਉਂ ਹੋ ਰਿਹਾ RSS ਦਾ, ਇਹ ਵਿਰੋਧ BJP ਦਾ ਕਿਉਂ ਹੋ ਰਿਹਾ ਆ,
ਤਾਂ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਕਿਉਂ ਕੀਤਾ ਜਾ ਰਿਹਾ ਇਸ ਮੌਕੇ ਖਾਸ ਕਰਕੇ? ਦੇਖੋ, ਜਿਹੜੇ ਤਾਂ ਸਿਆਸੀ ਮਾਰ ਨੇ ਉਹ ਤਾਂ ਇਹ ਗੱਲ ਕਹਿੰਦੇ ਆ ਕਿ ਅਕਾਲੀ ਦਲ ਨਾਲੋਂ ਜਿਹੜਾ ਤੋੜ ਵਿਛੋੜਾ ਬੀਜੇਪੀ ਦਾ, ਤੇ ਉਸ ਕਰਕੇ ਅੱਜ ਇਹਨਾਂ ਦੀ ਮਜਬੂਰੀ ਹੈ ਤੇ ਅਕਾਲੀ ਦਲ ਦੀ ਹੋਂਦ ਬਚਾਉਣ ਵਾਸਤੇ ਸਾਰਾ ਕੁਝ ਹੋਂਦ ਬਚਾਉਣ ਵਾਸਤੇ। ਪਰ ਅਸੀਂ ਗੱਲ ਕਹਿੰਦੇ ਆ ਭਾਵੇਂ ਕੋਈ ਵੀ ਕਾਰਨ ਹੋਵੇ ਤੇ ਇਸ ਦੀ ਲੋੜ ਹੈ, ਇਹ ਸਿੱਖ ਮਾਨਸਿਕਤਾ ਮਹਿਸੂਸ ਕਰਦੀ ਹੈ ਕਿ ਸਾਡੀ ਜਿਹੜੀ ਅੱਡਰੀ ਪਹਿਚਾਣ ਹੈ। ਕਮਾਲ ਦੀ ਤੁਹਾਡੀ ਫਿਰ ਸੋਚ ਹੈ ਜੀ, ਮੈਂ ਤੁਹਾਡੀ ਸੋਚ ਤੇ ਬੜਾ ਹੈਰਾਨ ਆ ਵੀ ਜਦੋਂ ਅਕਾਲੀ ਦਲ ਦੀ ਭਾਰਤੀ ਜਨਤਾ ਪਾਰਟੀ ਦੇ ਨਾਲ ਨਹੀਂ ਬਣਦੀ ਉਦੋਂ ਲੋੜ ਆ, ਜਦੋਂ ਬਣਦੀ ਉਦੋਂ ਕੋਈ ਨਹੀਂ। ਤੁਸੀਂ ਇੱਥੇ ਇਹੋ ਹੀ ਤਾਂ ਗੱਲ ਹੈ ਨਾ, ਤੁਸੀਂ ਇਸ ਗੱਲ ਨੂੰ ਸਮਝਣ ਦਾ ਯਤਨ ਕਰੋ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਸਿੱਖ ਕੌਮ ਦੇ ਅੰਦਰ ਇੱਕ ਭਾਵਨਾ ਹੈ ਉਹ ਇਹ ਆ ਕਿ ਜਿਹੜੀਆਂ ਸੰਸਥਾਵਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਘੱਟ ਗਿਣਤੀ ਕੌਮਾਂ ਦਾ ਜਿਹੜਾ ਨੁਕਸਾਨ ਕਰਨਾ ਚਾਹੁੰਦੀਆਂ ਨੇ ਜਾਂ ਉਹਨਾਂ ਨੂੰ ਆਪਣੇ ਵਿੱਚ ਸਮੇਟਣਾ ਚਾਹੁੰਦੀਆਂ ਨੇ, ਉਹਨਾਂ ਦੇ ਵਿਰੋਧ ਦੇ ਵਿੱਚ ਇੱਕ ਚੰਗੇ ਤਰੀਕੇ ਦੀ ਲਾਮਬੰਦੀ ਜਿਹੜੀ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਹੋਣੀ ਚਾਹੀਦੀ ਹੈ। ਅਸੀਂ ਉਸ ਗੱਲ ਦੀ ਪ੍ਰੋੜਤਾ ਕਰਦੇ ਹਾਂ, ਪਰ ਜਿਨ੍ਹਾਂ ਨੂੰ ਇਹ ਗੱਲ ਕਹੀ ਜਾ ਰਹੀ ਹੈ ਜਾਂ ਜਿਹੜੇ ਅੱਜ ਇਸ ਗੱਲ ਦੀ ਹਾਮੀ ਭਰ ਰਹੇ ਨੇ ਕਿ ਉਹਨਾਂ ਨੇ ਬੀਤੇ ਸਮੇਂ ਦੇ ਵਿੱਚ ਉਹਨਾਂ ਸੰਸਥਾਵਾਂ ਦੇ ਨਾਲ ਮਿਲ ਕੇ ਇੱਕ ਬੜਾ ਵੱਡਾ ਘਾਤ ਨਹੀਂ ਕੀਤਾ ਕੌਮ ਦੇ ਨਾਲ। ਆਹ ਗੱਲ ਮੈਂ ਕਹਿਣੀ ਚਾਹੁੰਦਾ ਕਿ ਜਥੇਦਾਰ ਸਾਹਿਬ ਨੂੰ ਉਹ ਸਾਰੀਆਂ ਚੀਜ਼ਾਂ ਸਾਹਮਣੇ ਰੱਖਣੀਆਂ ਪੈਣਗੀਆਂ, ਉਹ ਸਾਰੇ ਮਸਲੇ ਸਾਹਮਣੇ ਰੱਖਣੇ ਪੈਣਗੇ। ਹੁਣ ਤੁਸੀਂ ਦੇਖੋ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬੁੱਤ ਲਗਾਉਣਾ ਚਾਹੁੰਦੇ ਨੇ ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਂਕ ਦੇ ਵਿੱਚ, ਤੇ ਉਹ ਇੱਕ ਬੁੱਤ ਪ੍ਰਸਤੀ ਦੀ ਜਿਹੜੀ ਪ੍ਰਥਾ ਹੈ ਜਿਹੜੀ ਕਿ ਸਿੱਖ ਕੌਮ ਬੜੀ ਸਖਤੀ ਨਾਲ ਉਹਨੂੰ ਕੰਡੈਮ ਕਰਦੀ ਹੈ। ਜੇ ਇਸ ਤਰ੍ਹਾਂ ਦੇ ਮਸਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨੱਕ ਹੇਠ ਉੱਥੋਂ ਦੀ ਸਰਕਾਰ ਜਾਂ ਜਿਹੜੀ ਸੈਂਟਰ ਦੀ ਸਰਕਾਰ ਕੋਈ ਇਹੋ ਜਿਹਾ ਕੰਮ ਕਰਦੀ ਹੈ ਤਾਂ ਉਸ ਦੇ ਵਿਰੋਧ ਦੇ ਵਿੱਚ ਜਿਹੜਾ ਵੀ ਕੋਈ ਪ੍ਰੋਗਰਾਮ ਲਿਖਿਆ ਜਾਂਦਾ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਜੁਟਤਾ ਦਿਖਾਉਣੀ ਚਾਹੀਦੀ ਹੈ। ਮੈਂ ਆਹ ਗੱਲ ਕਹਿਣੀ ਚਾਹੁੰਦਾ, ਇਸ ਗੱਲ ਦੇ ਵਿੱਚ ਮੈਂ ਕਿਸ ਤਰ੍ਹਾਂ ਦਾ ਤੁਸੀਂ ਵਿਰੋਧ ਕਰ ਸਕਦੇ ਹੋ? ਵਿਰੋਧ ਕਿਸ ਗੱਲ ਦਾ ਕਿ ਅਸੀਂ ਕਦੋਂ ਸਥਾਪਨਾ ਕਰ ਰਹੇ? ਦੇਖੋ, ਉਹਨਾਂ ਨੇ ਐਲਾਨ ਕੀਤਾ ਸੀ ਔਰ ਉਸ ਗੱਲ ਦੇ ਵਿੱਚ ਜਦੋਂ ਉੱਥੋਂ ਦੀ ਜਿਹੜੀ ਨਗਰ ਨਿਗਮ ਹੈ ਜਾਂ ਜਿਹੜੀ ਦਿੱਲੀ ਦੀ ਕਾਰਪੋਰੇਸ਼ਨ ਹੈ ਉਹਨਾਂ ਦੇ ਮੇਅਰ ਨੇ ਕੋਈ ਇਹੋ ਜਿਹਾ ਬਿਆਨ ਦੇ ਦਿੱਤਾ ਤੇ ਜਿਸ ਦਾ ਤਕੜਾ ਵਿਰੋਧ ਕੀਤਾ ਗਿਆ ਔਰ ਉਸ ਤੋਂ ਬਾਅਦ ਇੱਕ ਵਾਰ ਗੱਲ ਜਿਹੜੀ ਹੈ ਉਹ ਉਹਦੇ ਤੇ ਸ਼ਾਂਤੀ ਆ ਗਈ। ਪਰ ਇੱਕ ਗੱਲ ਦੱਸੋ ਮੈਨੂੰ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਜੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਾਂਜੀ ਸਰਬ ਉੱਚ ਸੰਸਥਾ ਆਪਣੇ ਆਪ 'ਚ ਹਾਂਜੀ ਸਿੱਖਾਂ ਦੀ ਇੱਕ ਸਰਬ ਉੱਚ ਸੰਸਥਾ ਸੀ ਮੰਨਦੇ ਹਾਂ, ਸਭ ਤੋਂ ਉੱਪਰ ਆ ਹਾਂਜੀ, ਤੇ ਜਦੋਂ ਉਹ ਅਪੀਲ ਕਰਦੇ ਆ ਉਹਨਾਂ ਦੀ ਅਪੀਲ ਦੇ ਅਰਥ ਹੋਣੇ ਚਾਹੀਦੇ ਆ, ਉਹਨਾਂ ਦੀ ਅਪੀਲ ਅੱਗੇ ਜਾ ਕੇ ਅਸਰਦਾਰ ਹੋਣੀ ਚਾਹੀਦੀ ਹੈ। ਪਰ ਜਦੋਂ ਸਿੱਖਾਂ ਦੇ ਵਿੱਚ ਹੀ ਜਥੇਦਾਰ ਦੀ ਅਪੀਲ ਅਸਰਦਾਰ ਨਹੀਂ ਹੁੰਦੀ ਤਾਂ ਗੈਰ ਸਿੱਖ ਉਸ ਅਪੀਲ ਨੂੰ ਕਿਉਂ ਮੰਨਣਗੇ? ਦੇਖੋ, ਜਦੋਂ ਇਸ ਤਰ੍ਹਾਂ ਦੇ ਸਥਿਤੀ ਬਣੀ ਹੁੰਦੀ ਹੈ ਤਾਂ ਉਹਦੇ ਤੇ ਸਵੇ ਪੜਚੋਲ ਕਰਨ ਦੀ ਲੋੜ ਹੁੰਦੀ ਹੈ। ਇਹੋ ਹੀ ਤਾਂ ਅਸੀਂ ਗੱਲ ਕਹਿ ਰਹੇ ਹਾਂ ਕਿ ਜਥੇਦਾਰ ਸਾਹਿਬ ਨੂੰ ਕਹਿਣੀ ਤੇ ਕਰਨੀ ਦੇ ਵਿੱਚ ਜਿਹੜਾ ਪਿਛਲੇ ਸਮੇਂ ਦੇ ਵਿੱਚ ਇੱਕ ਫਰਕ ਆਇਆ ਉਸ ਨੂੰ ਖਤਮ ਕਰਨ ਲਈ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਹੈ। ਉਹਨਾਂ ਨੂੰ ਕੁਝ ਇਸ ਤਰ੍ਹਾਂ ਦਾ ਜਿਹੜਾ ਪ੍ਰੈਕਟੀਕਲ ਰੂਪ ਦੇ ਵਿੱਚ ਕੁਝ ਮਸਲੇ ਜਿਹੜੇ ਉਹ ਸਾਹਮਣੇ ਲਿਆਉਣੇ ਪੈਣਗੇ ਜਿਸ ਦੇ ਉੱਤੇ ਵਰਕ ਕੀਤਾ ਜਾਵੇ। ਅਸੀਂ ਉਸ ਦੇ ਨਾਲ ਸਹਿਮਤੀ ਪ੍ਰਗਟ ਕਰਾਂਗੇ, ਸਾਰੀ ਕੌਮ ਉਹਦੇ ਨਾਲ ਸਹਿਮਤੀ ਪ੍ਰਗਟ ਕਰੇਗੀ। ਪਰ ਕਰੇਗੀ ਕਿਉਂਕਿ ਜਥੇਦਾਰ ਤਾਂ ਦੋ ਨੇ ਅਕਾਲ ਤਖਤ ਸਾਹਿਬ ਦੇ। ਦੇਖੋ, ਇਸ ਤਰ੍ਹਾਂ ਹੈ, ਇੱਕ ਇਹ ਐਕਟਿੰਗ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਜੀ, ਇਹਨਾਂ ਨੂੰ ਅਜੇ ਜਥੇਦਾਰ ਦੇ ਰੂਪ ਦੇ ਵਿੱਚ ਸਾਰੀਆਂ ਸੇਵਾਵਾਂ ਨਹੀਂ ਮਿਲੀਆਂ ਤੇ ਜਿਹੜੇ ਐਕਟਰ ਦਾ ਪੂਰਨ ਜਥੇਦਾਰੀ ਨਹੀਂ, ਮੈਂ ਉਹੀ ਗੱਲ ਕਹਿ ਰਿਹਾ ਨਾ, ਅਜੇ ਤੱਕ ਜਿਹੜਾ ਕਿ ਉਹਨਾਂ ਨੂੰ ਜਥੇਦਾਰ ਵੀ ਲਗਾਇਆ ਜਾ ਸਕਦਾ ਸੀ ਸ੍ਰੀ ਅਕਾਲ ਤਖਤ ਸਾਹਿਬ ਦਾ, ਉਹਨਾਂ ਨੂੰ ਐਕਟਿੰਗ ਜਥੇਦਾਰ ਦੀਆਂ ਸੇਵਾਵਾਂ ਦਿੱਤੀਆਂ ਗਈਆਂ ਨੇ। ਦੂਸਰੇ ਪਾਸੇ ਜਿਹੜੇ ਭਾਈ ਜਗਤਾਰ ਸਿੰਘ ਹਵਾਰਾ ਨੇ ਉਹਨਾਂ ਨੂੰ ਸਰਬੱਤ ਖਾਲਸਾ ਵੱਲੋਂ ਜਥੇਦਾਰ ਬਣਾਇਆ ਗਿਆ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਲਕੀਰ ਵੀ ਮਿਟਾਉਣੀ ਪਏਗੀ, ਕੌਮ ਦਾ ਇੱਕ ਜਥੇਦਾਰ ਹੋਵੇ ਔਰ ਉਸ ਜਥੇਦਾਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਆਪਣੀਆਂ ਜ਼ਿੰਮੇਵਾਰੀਆਂ ਬੜੀ ਦ੍ਰਿੜਤਾ ਦੇ ਨਾਲ ਨਿਭਾਉਣ ਤੇ ਕੌਮ ਉਸ ਦੇ ਉੱਤੇ ਵਿਸ਼ਵਾਸ ਪ੍ਰਗਟ ਕਰੇ। ਇਸ ਤਰ੍ਹਾਂ ਦਾ ਮਾਹੌਲ ਅਸੀਂ ਦੇਖਣਾ ਚਾਹੁੰਦੇ ਹਾਂ। ਇਹ ਕਿਹੋ ਜਿਹੀ ਰਾਜਨੀਤੀ ਹੈ 420 ਵਾਲੀ? ਜਗਤਾਰ ਸਿੰਘ ਹਵਾਰਾ ਦਾ ਵਿਰੋਧ ਨਹੀਂ ਕਰ ਸਕਦੇ ਹਾਂਜੀ, ਪਰ ਇਹ ਐਕਟਿੰਗ ਜਥੇਦਾਰ ਬਣਾਤਾ। ਹਾਂਜੀ ਹਾਂਜੀ, ਇਹ ਕਿਸ ਤਰ੍ਹਾਂ ਦੀ ਰਾਜਨੀਤੀ? ਨਹੀਂ ਦੇਖੋ, ਇਹ ਤਾਂ ਫਿਰ ਜਿਹੜੇ ਮਸਲੇ ਜਦੋਂ ਉਲਝਣਾ ਪਈਆਂ ਹੋਣ ਨਾ ਤਾਂ ਉਹ ਉਲਝਣਾ ਦੇ ਵਿੱਚ ਹੋਰ ਉਲਝਣ ਨਹੀਂ ਪਾਈ ਜਾ ਸਕਦੀ। ਜੇ ਜੇਲ੍ਹ ਦੇ ਵਿੱਚੋਂ ਭਾਈ ਜਗਤਾਰ ਸਿੰਘ ਹਵਾਰਾ ਕੋਈ ਹੁਕਮਨਾਮਾ ਜਾਰੀ ਕਰਦੇ ਹੈ, ਹਾਂਜੀ, ਉਹਦੀ ਮਹੱਤਤਾ ਹੋਵੇਗੀ ਜਾਂ ਜਥੇਦਾਰ
ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਮਾਤਾ ਦੇਖੋ ਪਿਛਲੇ ਸਮੇਂ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਨੇ ਇਹ ਗੱਲ ਸਪਸ਼ਟ ਕੀਤੀ ਏ ਕਿ ਮੈਨੂੰ ਕਿਸੇ ਜਥੇਦਾਰੀ ਦਾ ਸ਼ੌਂਕ ਨਹੀਂ, ਮੈਂ ਕੌਮ ਦੇ ਵਿੱਚ ਏਕਤਾ ਚਾਹੁੰਦਾ, ਮੈਂ ਕੌਮ ਦੇ ਵਿੱਚ ਇੱਕ ਸੁਰਤਾ ਚਾਹੁੰਦਾ, ਮੈਂ ਕੌਮ ਦੀ ਚੜ੍ਹਦੀ ਕਲਾ ਵਾਸਤੇ ਕੋਈ ਵੀ ਵੱਡੀ ਤੋਂ ਵੱਡੀ ਕੁਰਬਾਨੀ, ਕਿਉਂਕਿ ਪਹਿਲਾਂ ਹੀ ਉਹ ਬੜੀ ਵੱਡੀ ਕੁਰਬਾਨੀ ਦਿੱਤੀ ਬੈਠੇ ਆ, ਆਪਣਾ ਸਾਰਾ ਜਿਹੜਾ ਨੌਜਵਾਨੀ ਵਾਲਾ ਜੀਵਨ ਹੈ ਉਹ ਉਹਨਾਂ ਨੇ ਉੱਥੇ ਗੁਜ਼ਾਰ ਦਿੱਤਾ ਜੇਲ੍ਹ ਦੇ ਵਿੱਚ, ਸੰਘਰਸ਼ ਦੇ ਵਿੱਚ। ਸੋ ਅਜਿਹੇ ਹਾਲਾਤਾਂ ਦੇ ਵਿੱਚ ਜਦੋਂ ਕੋਈ ਹੱਲ ਕੱਢਣ ਦਾ ਸਮਾਂ ਹੋਵੇ ਤਾਂ ਬਹੁਤ ਸਾਰੇ ਮਸਲੇ ਜਿਹੜੇ ਆ ਉਹ ਸੁਲਝੇ ਹੋਏ ਤਰੀਕੇ ਦੇ ਨਾਲ ਹੱਲ ਕੀਤੇ ਜਾ ਸਕਦੇ ਆ। ਇਸ ਵਕਤ ਜਿਹੜੇ ਭੂਮਿਕਾ ਨਿਭਾ ਰਹੇ ਨੇ, ਸਰਗਰਮ ਭੂਮਿਕਾ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਬੈਠ ਕੇ ਜਿਹੜੇ ਭੂਮਿਕਾ ਨਿਭਾ ਰਹੇ ਨੇ, ਉਹ ਗਿਆਨੀ ਹਰਪ੍ਰੀਤ ਸਿੰਘ। ਉਹਨਾਂ ਨੇ ਜਦੋਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਜਾਂ ਇਸ ਤਰ੍ਹਾਂ ਦੇ ਐਲਾਨ ਕੀਤੇ ਨੇ ਤੇ ਅਸੀਂ ਉਹਨਾਂ ਦੀ ਸ਼ਲਾਘਾ ਕਰਦੇ ਹਾਂ, ਪਰ ਅਸੀਂ ਇਹ ਵੀ ਨਾਲ ਕਹਿਣਾ ਚਾਹੁੰਦੇ ਹਾਂ ਕਿ ਉਹਨਾਂ ਦੇ ਇਹ ਜਿਹੜੇ ਐਲਾਨ ਕੀਤੇ ਹੋਏ ਤਾਂ ਅਰਥ ਭਰਪੂਰ ਰਹਿਣਗੇ। ਜਿਨ੍ਹਾਂ ਲੋਕਾਂ ਨੇ ਕਤਾਈਆਂ ਕੀਤੀਆਂ ਨੇ, ਚਾਹੇ ਉਹ ਬਾਦਲ ਪਰਿਵਾਰ ਹੈ, ਚਾਹੇ ਅਕਾਲੀ ਦਲ ਬਾਦਲ ਹੈ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਹੋਰ ਸੰਸਥਾਵਾਂ ਨੇ, ਜਿੰਨੀ ਦੇਰ ਤੱਕ ਉਹ ਆਤਮ ਚਿੰਤਨ ਨਹੀਂ ਕਰਦੀਆਂ, ਜਿੰਨੀ ਦੇਰ ਤੱਕ ਉਹ ਆਪਣੀ ਗਲਤੀ ਦਾ ਅਹਿਸਾਸ ਨਹੀਂ ਕਰਦੀਆਂ, ਜਿੰਨੀ ਦੇਰ ਤੱਕ ਉਹਨਾਂ ਦੇ ਉੱਪਰ ਜਿਹੜੇ ਵੱਡੇ ਦੋਸ਼ ਲੱਗੇ ਨੇ ਉਹਨਾਂ ਦਾ ਹੱਲ ਨਹੀਂ ਕਰਦੇ। ਕਿਵੇਂ ਮਤਲਬ ਕਿ ਅਸੀਂ ਇਹ ਕਵਾਂਗੇ ਕਿ ਜਥੇਦਾਰ ਸਹੀ ਭੂਮਿਕਾ ਨਿਭਾ ਰਹੇ ਆ? ਸ਼ਾਇਦ ਤੁਹਾਨੂੰ ਵੀ, ਸ਼ਾਇਦ ਕੀ ਤੁਹਾਨੂੰ ਤਾਂ ਪਤਾ ਹੀ ਹੈ ਕਿ ਪਹਿਲੀ ਵਾਰ ਇਹ ਹੋਇਆ ਕਿ ਜਿਹੜੀ ਗੁਰੂ ਦੀ ਗੋਲਕ ਹੈ ਉਹਦੇ ਵਿੱਚ ਘਾਟਾ ਪਿਆ ਆ। ਜਿਹੜਾ ਸ਼੍ਰੋਮਣੀ ਕਮੇਟੀ ਨੇ ਜਿਹੜਾ ਬਜਟ ਦਿੱਤਾ ਆ ਉਹ 40 ਕਰੋੜ ਰੁਪਏ ਦੇ ਘਾਟੇ ਨਾਲ ਦਿੱਤਾ ਆ। ਤੇ ਦੂਜੇ ਪਾਸੇ ਇੱਕ ਹੋਰ ਜਿਹੜਾ ਮਾਮਲਾ ਖੜਾ ਹੋ ਰਿਹਾ ਆ, ਜਿਹੜਾ ਅਕਾਲ ਯੂਥ ਹੈ ਜਿਹਨੂੰ ਭਾਈ ਜਗਤਾਰ ਸਿੰਘ ਹਵਾਰਾ ਦੀ ਸਰਪ੍ਰਸਤੀ ਹੇਠ ਜਿਹੜਾ ਖੜਾ ਹੋਇਆ ਹੈ ਅੱਜ ਪੰਜਾਬ ਦੇ ਜਿਹੜੇ ਯੂਥ ਜੁੜੇ ਹੋਏ ਆ, ਉਹਨਾਂ ਨੇ ਇੱਕ ਸ਼੍ਰੋਮਣੀ ਕਮੇਟੀ ਦੇ ਖਿਲਾਫ ਇੱਥੇ ਪ੍ਰੈਸ ਕਾਨਫਰੰਸ ਕੀਤੀ ਚੰਡੀਗੜ੍ਹ ਦੇ ਵਿੱਚ ਹੀ, ਔਰ ਦੋਸ਼ ਲਾਇਆ ਕਿ ਜਿਹੜਾ ਗੁਰਦੁਆਰਾ ਸ੍ਰੀ ਅੰਬ ਸਾਹਿਬ ਗੁਰਦੁਆਰਾ ਆ ਉਹਦੀ ਜ਼ਮੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੇਚਤੀ ਹੈ ਔਰ ਉਹ ਪੈਸਾ ਜਿਹੜਾ ਹੈਗਾ ਉਹ ਖੁਰਦ-ਬੁਰਦ ਹੋਇਆ ਆ। ਇਹ ਦੋਸ਼ ਲੱਗੇ ਆ। ਉਹ ਜਦੋਂ ਖਬਰਾਂ ਛਾਇਆ ਹੋ ਚੁੱਕੀਆਂ, ਖਬਰਾਂ ਬਾਹਰ ਆ ਚੁੱਕੀਆਂ, ਉਹਦੇ ਤੇ ਤਾਂ ਕਦੇ ਨੋਟਿਸ ਨਹੀਂ ਲਿਆ ਕਿਸੇ ਨੇ। ਮੈਂ ਉਹੀ ਗੱਲ ਕਹਿਣੀ ਚਾਹੁੰਦਾ ਕਿ ਬਹੁਤ ਸਾਰੇ ਮਸਲੇ ਨੇ ਜਿਹੜੇ ਵਾਦ ਵਿਵਾਦ ਦਾ ਹਿੱਸਾ ਬਣੇ ਹੋਏ ਨੇ, ਉਹਨਾਂ ਦੇ ਹੱਲ ਲਈ, ਕਿਉਂਕਿ ਦੇਖੋ ਦੋ ਗੱਲਾਂ ਨੇ, ਇੱਕ ਤਾਂ ਕੌਮ ਹਰ ਵਕਤ ਸੰਘਰਸ਼ ਦੇ ਵਿੱਚ ਰਹਿੰਦੀ ਏ, ਦੂਸਰੀ ਗੱਲ ਇਹ ਕਿ ਜਿਹੜਾ ਅੱਜ ਦਾ ਸਮਾਂ ਹੈ ਜਿਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰਾਂ ਦੇ ਉੱਤੇ ਗੋਲ ਕਚੋਰੀ ਦੇ ਦੋਸ਼ ਲੱਗ ਰਹੇ ਨੇ, ਜਾਂ ਜ਼ਮੀਨਾਂ ਵੇਚਣ ਦੇ ਦੋਸ਼ ਲੱਗ ਰਹੇ ਨੇ, ਜਾਂ ਜਿਹੜੇ ਆਪਣੇ ਰੁਤਬੇ ਦਾ ਨਜਾਇਜ਼ ਫਾਇਦਾ ਉਠਾ ਕੇ ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਪਰਿਵਾਰ ਨੂੰ ਫਾਇਦੇ ਦੇਣ ਦੀਆਂ ਗੱਲਾਂ ਹੋ ਰਹੀਆਂ ਨੇ। ਇਹਨਾਂ ਸਾਰਿਆਂ ਦੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਜਾਂਚ ਹੋਣੀ ਚਾਹੀਦੀ ਹੈ। ਤੇ ਨਾਲ ਦੀ ਨਾਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਕਿਸੇ ਵੀ ਮਸਲੇ ਦਾ ਹੱਲ ਸਮਝਦੇ ਹੋ ਕਿ ਜੇ ਜਥੇਦਾਰ ਅਕਾਲ ਤਖਤ ਦੀ ਅਗਵਾਈ ਵਿੱਚ ਜਾਂਚ ਹੋਵੇਗੀ ਤਾਂ ਉਹ ਜਾਂਚ ਸਹੀ ਹੋਵੇਗੀ ਔਰ ਉਹਦੇ ਸਾਰੇ ਇਕਮਤ ਹੋਣਗੇ? ਦੇਖੋ ਜੀ ਕਿ ਇਹ ਤਾਂ ਆਪਣੀ ਕ੍ਰੈਡੀਬਿਲਟੀ ਜਿਹੜੀ ਹੈ ਉਹ ਜਿਹੜੀ ਪਿਛਲੇ ਸਮੇਂ ਦੇ ਵਿੱਚ ਖੁੱਸੀ ਹੈ ਉਹ ਤਾਂ ਬਣਾਉਣੀ ਪਵੇਗੀ। ਇਹ ਹੋਰ ਸਾਡੇ ਕੋਲ ਕੋਈ ਤਰੀਕਾ ਹੀ ਨਹੀਂ ਹੋਗਾ, ਕੋਈ ਹੱਲ ਹੀ ਨਹੀਂ ਹੈਗਾ। ਸਾਡੇ ਕੋਲ ਸਮਾਂ ਥੋੜਾ ਬਚਿਆ, ਮੈਂ ਇੱਕ ਬੜਾ ਮਹੱਤਵਪੂਰਨ ਜਿਹੜਾ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਆ। ਹਾਂ, ਤੁਸੀਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸੈਕਟਰੀ ਹੋ। ਹਾਂਜੀ। ਔਰ ਤੁਹਾਨੂੰ ਉਹਨਾਂ ਨੇ ਪਾਵਰਾਂ ਵੀ ਦਿੱਤੀਆਂ ਹੋਈਆਂ ਬਹੁਤ ਸਾਰੀਆਂ। ਹਾਂਜੀ। ਤੁਸੀਂ ਉਹਨਾਂ ਜਿਹੜੀ 3 ਮੈਂਬਰੀ ਜਿਹੜੀ ਕਮੇਟੀ ਹੈ, ਹਾਂਜੀ, ਇੱਕ ਤਰ੍ਹਾਂ ਦੀ ਉਹ ਕੋਰ ਕਮੇਟੀ ਵਰਗੀ ਕਮੇਟੀ ਹੈ, ਹਾਂਜੀ, ਉਹਦੇ ਵੀ ਤੁਸੀਂ ਮੈਂਬਰ ਹੈਗੇ। ਹਾਂਜੀ। ਕੀ ਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੁਹਾਨੂੰ ਹੁਕਮ ਦਿੰਦੇ ਆ ਤੁਹਾਡੀ ਪਾਰਟੀ ਨੂੰ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਜਾਓ, ਤਾਂ ਤੁਹਾਡੇ ਜਿਹੜੇ ਲੀਡਰ ਨੇ ਉਹ ਤਿਆਰ ਹੋ ਜਾਣਗੇ? ਇਸ ਤਰ੍ਹਾਂ ਦਾ ਕੋਈ ਹੁਕਮਨਾਮਾ ਜਥੇਦਾਰ ਸਾਹਿਬ ਨਹੀਂ ਜਾਰੀ ਕਰਨਗੇ, ਪਰ ਅਸੀਂ ਇਸ ਗੱਲ ਦੇ ਹਮੇਸ਼ਾ ਹਾਮੀ ਆ। ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ, ਜਿਹੜੀ ਏਕਤਾ ਦੀ ਗੱਲ ਕਰ ਰਹੇ ਉਹ ਇਹੀ ਏਕਤਾ ਦੀ ਗੱਲ ਕਰ ਰਹੇ, ਹੋਰ ਕੋਈ ਕਰ ਰਹੇ? ਦੇਖੋ ਇਹ ਤਾਂ ਜਦੋਂ ਸਾਡੇ ਨਾਲ ਉਹਨਾਂ ਦੀ ਕੋਈ ਗੱਲਬਾਤ ਹੋਏਗੀ ਜਾਂ ਕੋਈ ਉਹਨਾਂ ਦਾ ਸੁਨੇਹਾ ਆਵੇਗਾ ਤੇ ਫਿਰ ਅਸੀਂ ਉਸ ਬਾਰੇ ਬਣ ਰਹੀਆਂ ਇਸ ਤਰ੍ਹਾਂ ਦੀਆਂ। ਦੇਖੋ ਅੱਜ ਅਸੀਂ ਢੀਂਡਸਾ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀ 3 ਮੈਂਬਰੀ ਕਮੇਟੀ ਦੀ, ਔਰ ਉਸ ਦੇ ਵਿੱਚ ਢੀਂਡਸਾ ਸਾਹਿਬ ਸਨ, ਉਹਨਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਸਨ, ਔਰ ਜਥੇਦਾਰ ਉਜਾਗਰ ਸਿੰਘ ਬਡਾਲੀ ਸਨ ਜਿਹੜੇ ਮੇਰੇ ਸਾਥੀ ਮੈਂਬਰ ਨੇ, ਔਰ ਨਾਲ ਜਥੇਦਾਰ ਮਹਿੰਦਰ ਸਿੰਘ ਹਸੈਨਪੁਰ ਸਨ। ਤੇ ਉਸ ਮੀਟਿੰਗ ਦੇ ਵਿੱਚ ਬੜੀਆਂ ਖੁੱਲ੍ਹ ਕੇ ਵਿਚਾਰਾਂ ਹੋਈਆਂ। ਜਿਹੜੇ ਤੁਸੀਂ ਸਵਾਲ ਕੀਤੇ ਸਾਰੇ ਸਵਾਲਾਂ ਦੇ ਉੱਥੇ ਵੀ ਗੱਲਬਾਤ ਹੋਈ। ਤੇ ਮੈਂ ਮਹਿਸੂਸ ਕਰਦਾ ਕਿ ਆਉਂਦੇ ਦਿਨਾਂ ਦੇ ਵਿੱਚ
ਸਾਨੂੰ ਹੋਰ ਤਾਂ ਕੋਈ ਪਤਾ ਨਹੀਂ, ਪਰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਜਿਹੜੇ ਦੋ ਅਲੱਗ-ਅਲੱਗ ਗਰੁੱਪ ਬਣੇ ਹੋਏ ਨੇ ਔਰ ਇਹ ਜ਼ਰੂਰ ਇਕੱਠੇ ਹੋਣਗੇ। ਅੱਜ ਮੇਰੀ ਸਰਦਾਰ ਸੁਖਪਾਲ ਸਿੰਘ ਖਹਿਰਾ ਨਾਲ ਫੋਨ ਦੇ ਉੱਤੇ ਗੱਲਬਾਤ ਹੋਈ ਔਰ ਉਹਨਾਂ ਨੇ ਵੀ ਏਕਤਾ ਦੀ ਹਾਮੀ ਭਰੀ ਹੈ ਔਰ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਸਾਡੀ ਮੂਲ ਭਾਵਨਾ ਹੈ ਕਿ ਅਸੀਂ ਖਹਿਰਾ ਬਾਰੇ ਤਾਂ ਕਿਹਾ ਜਾ ਰਿਹਾ ਕਾਂਗਰਸ 'ਚ ਜਾਣਗੇ। ਦੇਖੋ ਜੀ, ਇਹ ਤਾਂ ਫਿਰ ਇਹੋ ਹੀ ਹੈ ਨਾ, ਮੀਡੀਆ ਦਾ ਆਪਣਾ ਇੱਕ ਰੁਖ ਹੁੰਦਾ, ਉਹਨਾਂ ਨੇ ਆਪਣੇ ਹਿਸਾਬ ਨਾਲ ਚੱਲਣਾ ਹੁੰਦਾ। ਲੇਕਿਨ ਜਿਹੜੀ ਮੈਂ ਤੁਹਾਨੂੰ ਅੰਦਰ ਦੀ ਇਹ ਗੱਲ ਦੱਸਣੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਬਹੁਤ ਜਲਦੀ ਤੀਜੀ ਧਿਰ ਜਿਹੜੀ ਹੈ, ਜਿਹਦੇ ਵਾਸਤੇ ਅਸੀਂ ਬੜਾ ਲਗਾਤਾਰ ਯਤਨ ਕੀਤੇ ਪਹਿਲਾਂ ਵੀ ਤੇ ਹੁਣ ਵੀ ਕਰ ਰਹੇ ਹਾਂ, ਉਹ ਜ਼ਰੂਰ ਸਾਹਮਣੇ ਆਵੇਗੀ ਔਰ ਉਸ ਦੇ ਵਿੱਚ ਬਹੁਤ ਸਾਰੇ ਹੋਰ ਲੋਕ ਜਿਹੜੇ ਨੇ, ਜਿਹੜੇ ਅਕਾਲੀ ਦਲ ਦੇ ਹਿੱਸੇ ਵਜੋਂ ਪਹਿਲਾਂ ਇਕੱਠੇ ਸਨ ਤੇ ਅੱਜ ਅਲੱਗ-ਅਲੱਗ ਧੜਿਆਂ ਦੇ ਵਿੱਚ ਵੰਡੇ ਹੋਏ ਨੇ। ਸਿੱਧੂ ਸਾਹਿਬ ਨੇ ਵੀ ਬਹੁਤ ਅਪੀਲਾਂ ਕਰ ਚੁੱਕੇ ਹੋ, ਸਾਰੇ ਕਰ ਚੁੱਕੇ, ਢੀਂਡਸਾ ਸਾਹਿਬ ਵੀ ਦੇਖੋ ਜਿਹੜਾ ਵੀ ਕੋਈ ਜਿਸ ਨੂੰ ਲੋਕ ਪਸੰਦ ਕਰਦੇ ਹੋਣ, ਬ੍ਰਹਮਪੁਰਾ ਜੀ ਤੱਕ ਵੀ ਕਹਿ ਚੁੱਕੇ ਉਹਨਾਂ ਨੂੰ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹਨੂੰ ਲੋਕ ਪਸੰਦ ਕਰਦੇ ਹੋਣ, ਜਿਹੜੇ ਲੋਕਾਂ ਦੇ ਵਿੱਚ ਥਾਂ ਰੱਖਦਾ ਹੋਵੇ ਕੋਈ ਵੀ ਲੀਡਰ, ਤੇ ਸਾਨੂੰ ਉਹਨਾਂ ਨੂੰ ਅਪੀਲ ਕਰਨ ਦੇ ਵਿੱਚ ਕੋਈ, ਮੈਂ ਨਹੀਂ ਸਮਝਦਾ ਕਿ ਅਸੀਂ ਕੋਈ ਗੁਨਾਹ ਕੀਤਾ। ਕਿੰਨੀ ਕੁ ਗੰਭੀਰਤਾ ਨਾਲ ਲੈ ਰਹੇ ਤੁਹਾਡੀ ਅਪੀਲ ਨੂੰ? ਬਹੁਤ ਅੱਛੀ ਗੰਭੀਰਤਾ ਨਾਲ ਲੈ ਰਹੇ ਆ ਔਰ ਉਹ ਹਮੇਸ਼ਾ ਸਾਡਾ ਜ਼ਿਕਰ ਕਰਦੇ ਨੇ ਕਿ ਦੇਖੋ ਇਹਨਾਂ ਜਿਹੜੀ ਟਕਸਾਲੀ ਅਕਾਲੀ ਦਲ ਦੇ ਆਗੂਆਂ ਨਾਲ ਪਿਛਲੇ ਸਮੇਂ ਦੇ ਵਿੱਚ ਜਿਹੜਾ ਧੱਕਾ ਹੋਇਆ, ਉਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਕਜੁੱਟ ਹੋ ਕੇ ਪੰਜਾਬ ਦੇ ਭਲੇ ਲਈ, ਪੰਥ ਦੇ ਭਲੇ ਲਈ ਔਰ ਜਿਹੜੀਆਂ ਸਮਾਜਿਕ ਤਾਣਾ ਬਾਣਾ ਉਲਝਿਆ ਉਹਨੂੰ ਠੀਕ ਕਰਨ ਵਾਸਤੇ ਇਕਜੁੱਟਤਾ ਦਿਖਾਵਾਂਗੇ। ਸੋ ਅਸੀਂ ਇਸ ਗੱਲ ਦੀ ਆਸ ਆ ਹੀ ਕੋਈ ਨਿਰਾਸ਼ਾਜਨਕ ਇਮਾਨਦਾਰੀ ਨਾਲ ਦੱਸੋ, ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ ਪਰ ਫਿਰ ਵੀ ਮੈਂ ਇੱਕ ਅੱਧਾ ਸੈਕਿੰਡ ਲੈਣਾ ਚਾਹੁੰਦਾ ਆ। ਇਮਾਨਦਾਰੀ ਨਾਲ ਦੱਸੋ ਹਾਂਜੀ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਹਰ ਗਏ ਆਗੂ, ਤੁਸੀਂ ਸਾਰੇ, ਤੁਸੀਂ ਵੀ ਔਰ ਤੁਹਾਡੇ ਨਾਲ ਦੇ ਜਿਹੜੇ ਸੀਨੀਅਰ ਸਾਥੀ ਨੇ, ਬ੍ਰਹਮਪੁਰਾ ਜੀ, ਸੇਖਵਾਂ ਜੀ, ਜਿੰਨੇ ਵੀ ਹੈ, ਇੱਧਰ ਢੀਂਡਸਾ ਜੀ, ਤੁਹਾਨੂੰ ਇਹ ਲੱਗਦਾ ਹੈ ਕਿ ਆਉਣ ਵਾਲੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਆ ਉਹਦੇ ਤੋਂ ਪਹਿਲਾਂ ਯਾਨੀ 2 ਮਹੀਨਿਆਂ ਦੇ ਅੰਦਰ ਜਿਹੜਾ ਸਮਝੌਤਾ ਹੋ ਸਕਦਾ ਤਾਂ ਵਾਪਸ ਆ ਸਕਦੇ ਅਕਾਲੀ ਦਲ 'ਚ? ਦੇਖੋ, ਇਹ ਜਿਹੜਾ ਸਵਾਲ ਤੁਸੀਂ ਇਮਾਨਦਾਰੀ ਵਾਲੀ ਗੱਲ ਕਹੀ ਹੈ, ਮੈਂ ਤੁਹਾਨੂੰ ਇਮਾਨਦਾਰੀ ਨਾਲ ਹੀ ਇਹਦਾ ਜਵਾਬ ਦੇਣਾ ਚਾਹੁੰਦਾ ਕਿ ਜਿਹੜੀਆਂ ਸ਼ਰਤਾਂ ਰੱਖ ਕੇ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ ਸੀ, ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਉਹ ਸ਼ਰਤਾਂ ਦੇ ਉੱਤੇ ਜੇ ਅੱਜ ਅਕਾਲੀ ਦਲ ਬਾਦਲ ਗੱਲ ਨੂੰ ਮੰਨ ਲੈਂਦਾ, ਆਪਣੀਆਂ ਗਲਤੀਆਂ ਦਾ ਅਹਿਸਾਸ ਕਰ ਲੈਂਦਾ, ਜਿਵੇਂ ਬ੍ਰਹਮਪੁਰਾ ਸਾਹਿਬ ਨੇ ਕਿਹਾ ਸੀ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਧਾਨ, ਫਿਰ ਮੰਨ ਲਓਗੇ ਜੇ ਉਹ ਆਪਣੇ ਅਹਿਸਾਸ ਕਰ ਲੈਂਦਾ ਗਲਤੀਆਂ? ਇਸ ਦਾ ਜਵਾਬ ਤਾਂ ਜਿਹੜੀ ਸੀਨੀਅਰ ਲੀਡਰਸ਼ਿਪ ਦੇ ਸਕਦੀ ਹੈ। ਠੀਕ ਹੈ, ਇਸ ਦਾ ਜਵਾਬ ਤਾਂ ਸੀਨੀਅਰ ਲੀਡਰਸ਼ਿਪ ਦੇ ਸਕਦੀ, ਪਰ ਮੈਂ ਇੰਨੀ ਗੱਲ ਕਹਿਣੀ ਚਾਹਾਂਗਾ, ਸ਼ਰਤਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਹਟਾਉਣ ਦੀ ਸ਼ਰਤ ਹੈ ਜਾਂ ਨਹੀਂ? ਇੰਨਾ ਹੈਗੀ ਹੈ ਜੀ, ਹੈਗੀ ਹੈ। ਸੋ ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਕਰਨੈਲ ਸਿੰਘ ਪੀਰ ਮੁਹੰਮਦ ਜੀ, ਤੁਸੀਂ ਬਹੁਤ ਹੀ ਇਮਾਨਦਾਰੀ ਨਾਲ ਗੱਲਾਂ ਕੀਤੀਆਂ ਔਰ ਬਹੁਤ ਚੰਗਾ ਲੱਗਿਆ ਆ। ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਚੰਗਾ ਲੱਗਿਆ ਸਾਨੂੰ ਜ਼ਰੂਰ ਦੱਸਣਾ ਔਰ ਆਪਣੀ ਰਾਏ ਵੀ ਜ਼ਰੂਰ ਦੇਣਾ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡਾ ਪ੍ਰੋਗਰਾਮ ਦੇਖਿਆ। ਤੁਹਾਡੇ ਬਹੁਤ ਬਹੁਤ ਧੰਨਵਾਦ ਜੀ।